ਕੇ ਗੋਲੇ ਰਾਖੋ, ਰਾਖਣ ਹਾਰ ਦਿਆਲਾ। ਨਾਨਕ ਕਰ ਕੇ ਗੋਲੇ। ਜੁਗੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਜਾਗਤ ਜੋਤ। ਸ਼ਬਦ ਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿਠੇ ਸਭ ਦੁੱਖ ਜਾਏ। ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀ ਭਰ ਕੇ ਚੈਨਲਾਂ ਦੇ ਰਾਹੀਂ ਦੇਸ਼ ਪ੍ਰਦੇਸ਼ ਵਿੱਚ ਸੁਰਤੀ ਬਿਰਤੀ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜੀ ਹੋਈ ਬਹੁਤ ਹੀ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨਤਾ ਦੇ ਯੋਗ ਹੋ। ਸਤਿਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜਿਨ੍ਹਾਂ ਦੀ ਕਿਰਪਾ ਸਦਕਾ ਸਾਨੂੰ ਸਾਰਿਆਂ ਨੂੰ ਜਿੱਥੇ ਗੁਰੂ ਚਰਨਾਂ ਵਿੱਚ ਨਤਮਸਤਕ ਹੋਣ ਔਰ ਗੁਰੂ ਦੀ ਪਾਵਨ ਹਜ਼ੂਰੀ ਅੰਦਰ ਬੈਠ ਕੇ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਪਾਵਨ ਗੁਰੂ ਦਰਬਾਰ ਦੀ ਮਰਿਆਦਾ ਅਨੁਸਾਰ ਸਮਾਂ ਹੋਇਆ ਹੈ ਚੱਲ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਵਾਰ ਸ਼ਬਦ ਦੀ ਵਿਚਾਰ ਦਾ। ਵਿਚਾਰ ਅਧੀਨ ਸ਼ਬਦ ਜਿਸ ਦਾ ਮੂਲ ਪਾਠ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੋਰਾਂ ਰਾਹੀਂ ਸਰਵਣ ਕੀਤਾ ਹੈ। ਜੋ ਲੜੀਵਾਰ ਵਿਚਾਰ ਹੈ ਸਵਈਏ ਮਹੱਲੇ ਪੰਜਵੇਂ ਕੇ, ਔਰ ਉਹਨਾਂ ਸਵਈਆਂ ਦੇ ਵਿੱਚ ਭੱਟ ਕਲ ਸਹਾਰ ਜੀ, ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਵਡਿਆਈ ਦੇ ਵਿੱਚ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਦਰ ਤੇ ਆ ਕੇ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਸੁਣਿਆ, ਕਹਿਣੀ ਤੇ ਕਰਨੀ ਦੀ ਸਮਾਨਤਾ ਨੂੰ ਦੇਖਿਆ, ਤੇ ਜੋ ਕੁਝ ਉਹਨਾਂ ਦੇ ਜੀਵਨ ਦਾ ਅਨੁਭਵ ਸੀ, ਉਹਨਾਂ ਨੇ ਜੋ ਮਹਿਸੂਸ ਕੀਤਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਦਰ ਤੇ ਆ ਕੇ, ਫਿਰ ਉਹਨਾਂ ਨੇ ਆਪਣੇ ਉਸ ਅਨੁਭਵ ਨੂੰ, ਉਸ ਗਿਆਨ ਨੂੰ, ਅਨੁਭਵੀ ਗਿਆਨ ਆਪਣੀ ਰਚਨਾ ਦੇ ਰਾਹੀਂ ਪ੍ਰਗਟ ਕੀਤਾ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਹੋਏ ਜੋ ਉਹਨਾਂ ਨੇ ਬਚਨ ਕਹੇ ਨੇ, ਆਓ ਗੁਰੂ ਕਿਰਪਾ ਸਦਕਾ ਰਲ ਮਿਲ ਕੇ ਸਮਝਣ ਦੀ ਕੋਸ਼ਿਸ਼ ਕਰੀਏ ਤੇ ਨਾਲ ਇਹ ਅਰਦਾਸ ਕਰੀਏ ਸਤਿਗੁਰੂ ਦਾਤਾ ਜੀ ਉਹਨਾਂ ਭੱਟ ਸਾਹਿਬਾਨਾਂ ਤੇ ਆਪ ਜੀ ਨੇ ਕਿਰਪਾ ਕੀਤੀ, ਉਹਨਾਂ ਨੂੰ ਜੀਵਨ ਦੀ ਸਮਝ ਬਖਸ਼ੀ, ਸਾਨੂੰ ਵੀ ਜੀਵਾਂ ਨੂੰ ਕਿਰਪਾ ਕਰੋ। ਸਾਡੀ ਮੱਤ ਥੋੜ੍ਹੀ ਆ, ਅਸੀਂ ਆਪਣੀ ਮੱਤ ਦੇ ਨਾਲ ਕਿਸੇ ਪ੍ਰਕਾਰ ਵੀ ਇਸ ਜੀਵਨ ਦੀ ਸਫਲਤਾ ਦੇ ਮਾਰਗ ਤੇ ਚੱਲ ਕੇ ਇਹਨੂੰ ਕਾਮਯਾਬ ਬਣਾਉਣ ਦੇ ਯੋਗ ਨਹੀਂ। ਤੁਸੀਂ ਕਿਰਪਾ ਕਰੋ, ਜਿਨ੍ਹਾਂ ਤੇ ਤੁਹਾਡੀ ਕਿਰਪਾ ਹੋ ਜਾਂਦੀ ਹੈ ਉਹ ਭੁੱਲੇ ਹੋਏ ਵੀ ਰਸਤੇ ਤੇ ਚੱਲ ਪੈਂਦੇ ਨੇ
ਤੇ ਤੁਹਾਡੀ ਕਿਰਪਾ ਤੋਂ ਬਿਨਾਂ ਕੋਈ ਵੀ ਇਸ ਮਾਰਗ ਦਾ ਪੰਧ ਹੀ ਨਹੀਂ ਬਣ ਸਕਦਾ। ਇਸ ਕਰਕੇ ਸਾਡੇ ਸਾਰਿਆਂ ਤੇ ਕਿਰਪਾ ਕਰੋ। ਇਹੀ ਅਰਦਾਸ ਹੈ ਦਾਤਾ ਜੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੈ ਸੱਜਣ ਸੁਹੇਲੇ, ਰਾਖੋ ਰਾਖਣਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਔਰ ਸਾਰੀਆਂ ਸੰਗਤਾਂ ਮਨੋਬਿਰਤੀਆਂ ਨੂੰ ਕਰੀਏ ਇਕਾਗਰ, ਸੁਰਤ ਨੂੰ ਟਿਕਾਈਏ ਗੁਰੂ ਦੇ ਸ਼ਬਦ ਵਿੱਚ, ਔਰ ਅਦਬ ਸਤਿਕਾਰ ਸਹਿਤ ਪਿਆਰ ਵਿੱਚ ਭਿੱਜ ਕੇ ਇੱਕ ਆਵਾਜ਼ ਵਿੱਚ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਣੀ ਦਾ ਸੁਰਲੇਖ ਸੋਰਠ ਹੈ, ਕਾਵਿ ਦੀ ਰਚਨਾ ਹੈ। ਸਵਈਏ ਨੂੰ ਛੋਟਾ ਰੂਪ ਦਿੱਤਾ, ਸ਼ੰਤ ਦੀ ਚਾਲ ਹੈ। ਦੋ ਦੋ ਪੰਕਤੀਆਂ ਦਾ ਇੱਕ ਸੋਰਠਾ ਹੈ। ਭੱਟ ਸਾਹਿਬ ਜੀ ਨੇ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਬੜਾ ਪਿਆਰਾ ਬਚਨ ਕੀਤਾ। ਗੁਰ ਅਰਜੁਨ ਪੁਰਖ ਪਰਮਾਣ, ਪਾਰਥ ਚਾਲੈ ਨਹੀਂ। ਪੁਰਖ ਪ੍ਰਮਾਣ ਗੁਰੂ ਅਰਜਨ ਦੇਵ ਜੀ ਮਹਾਰਾਜ ਭੱਟ ਸਾਹਿਬ ਜੀ ਕਹਿੰਦੇ ਨੇ, ਅਕਾਲ ਪੁਰਖ ਪ੍ਰਮਾਤਮਾ ਦਾ ਰੂਪ ਨੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਅਕਾਲ ਪੁਰਖ ਪ੍ਰਮਾਤਮਾ ਦਾ ਰੂਪ ਨੇ। ਤੇ ਫਿਰ ਅੱਗੇ ਇੱਕ ਉਦਾਹਰਨ ਦਿੱਤੀ ਹੈ, ਪਾਰਥੋ ਚਾਲੈ ਨਹੀਂ। ਪਾਰਥੋ ਪਾਂਡਵ ਕੁਲ ਦੇ ਵਿੱਚ ਅਰਜਨ ਨਾਮੀ ਸੂਰਬੀਰ ਯੋਧਾ ਹੋਇਆ। ਕੁਰਸ਼ੇਤਰ ਦੀ ਧਰਤੀ ਤੇ ਵੱਡੀ ਜੰਗ ਵੀ ਹੋਈ। ਮੰਨਿਆ ਜਾਂਦਾ ਸੀ, ਉਸ ਮਨੌਤ ਦਾ ਦ੍ਰਿਸ਼ਟਾਂਤ ਦਿੱਤਾ। ਮੰਨਿਆ ਜਾਂਦਾ ਸੀ ਕਿ ਅਰਜਨ ਵਰਗਾ ਕੋਈ ਸੂਰਬੀਰ ਯੋਧਾ ਨਹੀਂ। ਜਦੋਂ ਇੱਕ ਵਾਰੀ ਰਣ ਦੇ ਮੈਦਾਨ ਵਿੱਚ ਕੁੱਦ ਜਾਂਦਾ ਸੀ ਨਾ, ਤੇ ਕਹਿੰਦੇ ਫਿਰ ਪਿੱਛੇ ਨਹੀਂ ਸੀ ਹਟਦਾ। ਸਮੇਂ ਸਮੇਂ ਦੇ ਨਾਲ ਸੂਰਬੀਰ ਯੋਧਿਆਂ ਦੇ ਨਾਂ ਆਉਂਦੇ ਨੇ, ਉਹਨਾਂ ਦੀ ਸੂਰਬੀਰਤਾ ਦਾ ਜ਼ਿਕਰ ਕੀਤਾ ਜਾਂਦਾ। ਭੱਟ ਸਾਹਿਬ ਜੀ ਨੇ ਅਰਜਨ ਦੀ ਸੂਰਬੀਰਤਾ ਦਾ ਜ਼ਿਕਰ ਕਰਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਹੋਏ ਕਿ ਜਿਵੇਂ ਅਰਜਨ ਰਣ ਦੇ ਮੈਦਾਨ ਵਿੱਚ ਜਦੋਂ ਕੁੱਦ ਜਾਂਦਾ ਹੈ ਤੇ ਕਿਸੇ ਪ੍ਰਕਾਰ ਵੀ ਦੁਸ਼ਮਣਾਂ ਤੋਂ ਕਿਸੇ ਪ੍ਰਕਾਰ ਦਾ ਡਰ ਨਹੀਂ ਮੰਨਦਾ, ਉਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਵਡਿਆਈ ਕੀਤੀ ਕਿ ਉਹ ਤੇ ਕੇਵਲ ਰਣ ਦਾ ਮੈਦਾਨ ਸੀ। ਤੇ ਇਹ ਵੀ ਜ਼ਿਕਰ ਆਉਂਦਾ ਕਿ ਇੱਕ ਸਮਾਂ ਉਹਨਾਂ ਦੇ ਜੀਵਨ ਵਿੱਚ ਵੀ ਆਇਆ ਕਿ ਜਦੋਂ ਕਰਨ ਨੇ ਤੀਰ ਛੱਡੇ ਤੇ ਉਹਨਾਂ ਨੂੰ ਪਿੱਛੇ ਮੁੜਨਾ ਪਿਆ। ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ, ਜਿਨ੍ਹਾਂ ਦੇ ਬਾਰੇ ਭੱਟ ਸਾਹਿਬ ਜੀ ਕਹਿੰਦੇ ਨੇ ਕਿ ਇੱਕ ਤੇ ਅਕਾਲ ਪੁਰਖ ਪ੍ਰਮਾਤਮਾ ਦਾ ਰੂਪ ਨੇ, ਤੇ ਦੂਸਰੀ ਗੱਲ ਕੀ ਕਹੀ ਕਿ ਕਾਮ ਆਦਿਕ ਵਿਕਾਰ ਰੂਪੀ ਜਿਹੜੇ ਦੁਸ਼ਮਣ ਨੇ, ਗੁਰੂ ਅਰਜਨ ਸਾਹਿਬ ਪਾਤਸ਼ਾਹ ਕਿਸੇ ਪ੍ਰਕਾਰ ਵੀ ਅੰਦਰ ਦੇ ਦੁਸ਼ਮਣਾਂ ਤੇ ਬਾਹਰ ਦੇ ਦੁਸ਼ਮਣਾਂ ਦਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਕਿਸੇ ਪ੍ਰਕਾਰ ਦਾ ਡਰ ਕੋਈ ਨਹੀਂ। ਕਿਉਂਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਤੇ ਇਹਨਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਦਾ ਪ੍ਰਭਾਵ ਕੋਈ ਨਹੀਂ। ਜਦੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਆਪਾਂ ਜੀਵਨ ਨੂੰ ਦੇਖਦੇ ਹਾਂ,
ਆਪਾਂ ਜ਼ਿਆਦਾਤਰ ਸਾਰੇ ਹੀ ਪੁਰਾਣੀ ਦੋ ਬਿਰਤੀਆਂ ਦੇ ਅਧੀਨ ਜੀਵਨ ਬਤੀਤ ਕਰਦੇ ਹਾਂ। ਹਰ ਮਨੁੱਖ ਦੀ ਦੋ ਪ੍ਰਕਾਰ ਦੀ ਬਿਰਤੀ ਉਹਦੇ ਜੀਵਨ ਵਿੱਚ ਚੱਲਦੀ ਹੈ। ਸਧਾਰਨ ਮਨੁੱਖ ਤੋਂ ਲੈ ਕੇ ਧਰਮੀ ਮਨੁੱਖ ਤੱਕ ਇਹ ਦੋ ਬਿਰਤੀਆਂ ਦਾ ਜੀਵਨ ਤੇ ਬੜਾ ਵੱਡਾ ਅਸਰ ਹੈ। ਇੱਕ ਬਿਰਤੀ ਆ ਮਾਇਆ ਵਾਲੀ, ਇੱਕ ਬਿਰਤੀ ਆ ਮਾਇਆ ਵਾਲੀ। ਬਹੁਤਾਤ ਦੇ ਵਿੱਚ ਆਪਣਾ ਜੀਵਨ ਵਿਅਕਤੀ ਮਾਇਆ ਦੀ ਬਿਰਤੀ ਦੇ ਅਧੀਨ ਬਤੀਤ ਕਰਦਾ। ਉਹਦੇ ਵਿੱਚ ਸਾਡੀ ਵੱਡੀ ਗਿਣਤੀ ਆ, ਉਹਦੇ ਵਿੱਚ ਅਸੀਂ ਸ਼ਾਮਲ ਹੈ। ਬਹੁਤ ਥੋੜੇ ਨੇ ਜਿਨ੍ਹਾਂ ਦਾ ਜੀਵਨ ਮਾਇਆ ਦੀ ਬਿਰਤੀ ਦੇ ਅਧੀਨ ਬਤੀਤ ਹੁੰਦਾ। ਮਾਇਆ ਕੀ ਆ? ਕਿਰਪਾ। ਗੁਰਬਾਣੀ ਦਾ ਸਾਰਾ ਸਿਧਾਂਤ ਮਾਇਆ ਤੇ ਟਿਕਿਆ। ਕੋਈ ਵੀ ਜੀਵਨ ਦਾ ਕਾਰਜ ਸਤਿਗੁਰੂ ਜੀ ਕਹਿੰਦੇ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਬਹੁਤ ਸਾਰੇ ਦੁਨਿਆਵੀ ਕਾਰਜ ਮਨੁੱਖ ਮਾਇਆ ਦੇ ਨਾਲ ਕਰਦਾ ਹੈ, ਤੇ ਮਾਇਆ ਦੇ ਨਾਲ ਕਰਦਾ ਕਰਦਾ ਕਈ ਵਾਰ ਐਸੇ ਭੁਲੇਖਿਆਂ 'ਚ ਪੈ ਜਾਂਦਾ ਕਿ ਮੈਂ ਆਪਣੇ ਜੀਵਨ ਦਾ ਹਰ ਕੰਮ ਆਪਣੀ ਮਾਇਆ ਦੇ ਜ਼ੋਰ ਦੇ ਨਾਲ ਕਰ ਲਾਂਗਾ। ਹੋ ਸਕਦਾ ਹੈ ਦੁਨਿਆਵੀ ਕੰਮ ਧੰਦੇ ਅਸੀਂ ਮਾਇਆ ਦੀ ਤਾਕਤ ਦੇ ਨਾਲ ਕਰਨ ਵਿੱਚ ਕਾਮਯਾਬ ਹੋ ਜਾਈਏ, ਪਰ ਅਸਲ ਦੇ ਵਿੱਚ ਜਿਹੜਾ ਜੀਵਨ ਦਾ ਮੁੱਖ ਮਕਸਦ ਹੈ, ਜੀਵਨ ਦਾ ਮੇਨ ਕਾਰਜ ਹੈ, ਜਿਹੜਾ ਰੋਜ਼ ਹੀ ਆਪਾਂ ਪੜ੍ਹਦੇ ਹਾਂ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਕਦੀ ਵੀ ਮਾਇਆ ਦੀ ਤਾਕਤ ਦੇ ਨਾਲ ਪੂਰਾ ਨਹੀਂ ਹੋਣ ਵਾਲਾ। ਜਿਹਦਾ ਵੀ ਜੀਵਨ ਦਾ ਇਹ ਕਾਰਜ ਪੂਰਾ ਹੋਇਆ, ਜਿਹੜੇ ਵੀ ਇਸ ਕਾਰਜ ਨੂੰ ਪੂਰਾ ਕਰਨ ਵਾਲੇ ਮਾਰਗ ਤੇ ਚੱਲੇ, ਉਹਨਾਂ ਨੇ ਸਦਾ ਹੀ ਗੁਰ ਪ੍ਰਸਾਦ ਦੀ ਭਾਵਨਾ ਮਨ ਵਿੱਚ ਰੱਖੀ ਆ ਕਿ ਸਤਿਗੁਰੂ ਜੀ ਜੇ ਤੁਸੀਂ ਕਿਰਪਾ ਕਰੋ ਤੇ ਮੈਂ ਇਸ ਆਪਣੇ ਜੀਵਨ ਦੀ ਮੰਜ਼ਿਲ ਨੂੰ ਪ੍ਰਾਪਤ ਕਰ ਸਕਦਾ। ਤੁਹਾਡੀ ਕਿਰਪਾ ਤੋਂ ਬਿਨਾਂ ਮੈਂ ਉਸ ਮੰਜ਼ਿਲੇ ਮਕਸੂਦ ਤੇ ਨਹੀਂ ਪਹੁੰਚ ਸਕਦਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਤੇ ਮੈਂ ਪਹਿਲਾਂ ਬੇਨਤੀ ਕੀਤੀ ਕਿ ਗੱਲ ਇਹ ਨਹੀਂ ਕਿ ਸਧਾਰਨ ਮਨੁੱਖ ਦੀ ਇਹ ਬਿਰਤੀ ਆ, ਧਰਮ ਦੀ ਦੁਨੀਆ ਦੇ ਵਿੱਚ ਵੀ ਇਹ ਬਿਰਤੀਆਂ ਕੰਮ ਕਰਦੀਆਂ ਨੇ। ਗੁਰੂ ਕਾਲ ਵਿੱਚ, ਗੁਰੂ ਪਰਿਵਾਰਾਂ ਵਿੱਚ ਵੀ ਇਹਨਾਂ ਬਿਰਤੀਆਂ ਨੇ ਆਪਣਾ ਪ੍ਰਭਾਵ ਪਾਇਆ। ਆਪਾਂ ਬਹੁਤ ਜਲਦੀ ਇੱਕ ਦੂਜੇ ਤੇ ਕਟਾਕਸ਼ ਕਰ ਦਿੰਦੇ ਆ, ਇੱਕ ਦੂਜੇ ਨੂੰ ਟਾਰਗੇਟ ਕਰ ਦਿੰਦੇ ਆ, ਜੀ ਫਲਾਣਾ ਵਿਅਕਤੀ ਮਾਇਆ ਦਾ ਕਰਕੇ ਸਭ ਕੁਝ ਕਰਨ ਡਿਆ। ਠੀਕ ਗੱਲ ਹੈ, ਆਪਾਂ ਦੂਸਰੇ ਵੱਲ ਨੂੰ ਉਂਗਲੀ ਕਰ ਸਕਦੇ ਹਾਂ, ਪਰ ਕੀ ਅਸੀਂ ਆਪਣੇ ਜੀਵਨ ਵਿੱਚ ਕਦੀ ਝਾਤ ਮਾਰਨ ਦੀ ਕੋਸ਼ਿਸ਼ ਕੀਤੀ ਕਿ ਦੂਸਰਾ ਮਾਇਆ ਦਾ ਕਰਕੇ ਕਰ ਰਿਹਾ ਤੇ ਮੈਂ ਕਿਸ ਵਾਸਤੇ ਕਰ ਰਿਹਾ? ਕਿਉਂਕਿ ਜਿੱਥੇ ਮਾਇਆ ਦੀ ਭਾਵਨਾ ਆ ਜਾਏਗੀ ਨਾ, ਬਿਰਤੀ ਕੰਮ ਕਰੇਗੀ, ਉੱਥੇ ਫਿਰ ਨਾ ਪਕੜ ਖਤਮ ਹੋ ਜਾਂਦੀ ਹੈ, ਉੱਥੇ ਕੋਈ ਪਕੜ ਨਹੀਂ ਰਹਿ ਜਾਂਦੀ। ਤੇ ਅਸੀਂ ਬਹੁਤਾਤ ਵਿੱਚ ਆਪਣੇ ਜੀਵਨ ਵਿੱਚ ਮਾਇਆ ਦੀ ਬਿਰਤੀ ਦੇ ਅਧੀਨ ਹੀ ਕੰਮ ਕਰਦੇ ਹਾਂ, ਮੰਨੀਏ ਜਾਂ ਨਾ ਮੰਨੀਏ। ਜਿੱਥੇ ਮਾਇਆ ਵਾਲੀ ਬਿਰਤੀ ਬਣ ਗਈ ਨਾ, ਫਿਰ ਪਕੜ ਕੋਈ ਨਹੀਂ ਰਹਿ ਜਾਂਦੀ। ਮੈਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਦੀ ਘਟਨਾ
ਤਾਂ ਕਿ ਇਹ ਗੱਲ ਸਮਝਣ ਵਿੱਚ ਆਸਾਨੀ ਹੋ ਜੇ। ਗੁਰੂ ਰਾਮਦਾਸ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਤੇ ਲਾਹੌਰ ਤੋਂ ਚਾਚੇ ਦੇ ਪੁੱਤ ਭਰਾਤਾ ਸੁਹਾਰੀ ਮਲ ਜੀ ਸੋਢੀ ਆਏ ਨੇ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਬੱਚੇ ਦਾ ਵਿਆਹ ਹੈ ਤੇ ਸਾਡੀ ਇੱਛਾ ਹੈ ਕਿ ਤੁਸੀਂ ਵਿਆਹ ਸਮਾਗਮਾਂ ਦੇ ਵਿੱਚ ਸ਼ਾਮਲ ਹੋ। ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਆਵਾਂਗੇ, ਸਾਡੇ ਨਾਲ ਸੰਗਤ ਵੀ ਆਵੇਗੀ, ਖੇਚਲ ਵੱਡੀ ਹੋ ਜਾਏਗੀ। ਤੇ ਕਿਹਾ ਤੁਸੀਂ ਆਪਣੇ ਪੁੱਤਰਾਂ ਵਿੱਚੋਂ ਕਿਸੇ ਇੱਕ ਪੁੱਤਰ ਨੂੰ ਭੇਜ ਦਿਓ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੱਡੇ ਸਪੁੱਤਰ ਬਾਬਾ ਪਿਰਥੀ ਚੰਦ ਨੂੰ ਬੁਲਾਇਆ ਤੇ ਜਦੋਂ ਜਾਣ ਵਾਸਤੇ ਕਿਹਾ, ਮਾਇਆ ਵਾਲੀ ਬਿਰਤੀ ਤੇ ਮਾਇਆ ਵਾਲੀ ਬਿਰਤੀ ਅੰਤਰ ਸਮਝਣਾ ਇਸ ਗੱਲ ਦਾ। ਤੇ ਇਹ ਨਹੀਂ ਕਿ ਸਾਡੇ ਜੀਵਨ ਵਿੱਚ ਹੈ, ਆਪਾਂ ਇੱਕ ਦੂਜੇ ਨੂੰ ਦੋਸ਼ ਦੇ ਸਕਦੇ ਹਾਂ, ਪਰ ਉਸ ਗੱਲ ਨੂੰ ਪ੍ਰਵਾਨ ਕਰਨਾ ਬੜਾ ਔਖਾ ਹੈ। ਆਪਾਂ ਦੂਸਰੇ ਨੂੰ ਕਹਿੰਦੇ ਆ ਕਿ ਉਹ ਏਦਾਂ ਕਰਦਾ, ਕਦੀ ਆਪਣੇ ਵੱਲ ਨਹੀਂ ਦੇਖਦੇ ਮੈਂ ਕੀ ਕਰਦਾ। ਗੁਰਬਾਣੀ ਦਾ ਸਾਰਾ ਸਿਧਾਂਤ ਹੀ ਆਪਣੇ ਲਈ ਆ, ਆਪਣੇ ਤੋਂ ਆਰੰਭ ਹੁੰਦਾ, ਆਪਣੇ ਲਈ ਆ ਸਰ। ਉਹ ਪੜ੍ਹਨ ਵਾਲੇ ਲਈ ਵੀ ਆ, ਉਹ ਸੁਣਨ ਵਾਲੇ ਲਈ ਵੀ ਆ, ਉਹ ਵਿਚਾਰਨ ਵਾਲੇ ਲਈ ਵੀ ਆ, ਉਹ ਗਾਉਣ ਵਾਲੇ ਲਈ ਵੀ ਆ। ਇਹਦੇ ਵਿੱਚ ਆਪਾਂ ਸਾਰੇ ਆ ਜਾਂਦੇ ਹਾਂ। ਹੁਣ ਜਿਹੜੀ ਮਾਇਆ ਵਾਲੀ ਬਿਰਤੀ ਆ, ਉਹਨੇ ਕਿਹਾ ਪਿਰਥੀ ਚੰਦ ਤੂੰ ਚਲਿਆ ਗਿਆ ਤੇ ਪਿਤਾ ਸਤਿਗੁਰੂ ਜੀ ਪਹਿਲੋਂ ਹੀ ਛੋਟੇ ਭਰਾ ਅਰਜਨ ਦੇ ਨਾਲ ਪਿਆਰ ਬੜਾ ਕਰਦੇ ਨੇ ਤੇ ਕਿਤੇ ਇਹ ਨਾ ਹੋਏ ਤੇਰੀ ਗੈਰ ਹਾਜ਼ਰੀ ਦੇ ਵਿੱਚ ਇਹ ਸਾਰਾ ਪ੍ਰਬੰਧ ਜਿਹੜਾ ਤੂੰ ਦੇਖ ਰਿਹਾ। ਸਿਆਣਪ ਦਾ ਕਰਕੇ ਬਿਰਤੀ ਮਾਇਆ ਵਾਲੀ ਸੀ, ਹੁਸ਼ਿਆਰ ਸਨ, ਸਿਆਣੇ ਸਨ, ਇਹਦੇ ਵਿੱਚ ਕੋਈ ਦੋ ਰਾਇਵਾਂ ਨਹੀਂ। ਸਾਰੇ ਪ੍ਰਬੰਧ ਨੂੰ ਬੜੇ ਸੁੰਦਰ ਤਰੀਕੇ ਦੇ ਨਾਲ ਦੇਖ ਰਹੇ ਨੇ, ਸੰਭਾਲ ਰਹੇ ਨੇ, ਪਰ ਬਿਰਤੀ ਵਿੱਚ ਤਬਦੀਲੀ ਨਹੀਂ ਹੋਈ। ਕਿਤੇ ਐਸਾ ਨਾ ਹੋਵੇ ਤੇਰੇ ਤੋਂ ਮਗਰੋਂ ਪਿਤਾ ਸਤਿਗੁਰ ਜੀ ਛੋਟੇ ਭਰਾ ਅਰਜਨ ਨੂੰ ਇਹ ਸਾਰੀਆਂ ਜ਼ਿੰਮੇਵਾਰੀਆਂ ਦੇ ਦੇਣ। ਤੇ ਕਿਹਾ ਪਿਤਾ ਜੀ ਪ੍ਰਬੰਧ ਬੜਾ ਵੱਡਾ ਹੈ, ਬਹੁਤ ਸੰਗਤਾਂ ਆਉਂਦੀਆਂ ਨੇ, ਸੇਵਾ ਚੱਲ ਰਹੀ ਆ, ਮੈਂ ਚਲਿਆ ਗਿਆ ਤੇ ਇਸ ਪ੍ਰਬੰਧ ਨੂੰ ਚਲਾਉਣਾ ਔਖਾ ਹੋ ਜਾਏਗਾ। ਤੁਸੀਂ ਏਦਾਂ ਕਰੋ, ਮੇਰੇ ਛੋਟੇ ਭਰਾ ਮਹਾਦੇਵ ਨੂੰ ਭੇਜ ਦਿਓ। ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਕਿਹਾ ਜੀ ਮੈਂ ਇਹਨਾਂ ਰਿਸ਼ਤੇਦਾਰੀਆਂ ਤੋਂ ਕੀ ਲੈਣਾ, ਸਭ ਤੋਂ ਛੋਟੇ ਸਪੁੱਤਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਬੁਲਾਇਆ ਤੇ ਕਿਹਾ ਬੇਟਾ ਤੁਸੀਂ ਲਾਹੌਰ ਜਾਣਾ। ਜਦੋਂ ਮਾਇਆ ਵਾਲੀ ਬਿਰਤੀ ਹੈ ਨਾ, ਉੱਥੇ ਪਕੜ ਨਹੀਂ ਕੋਈ, ਉੱਥੇ ਸਿਰਫ ਇੱਕੋ ਹੀ ਇੱਛਾ, ਇੱਕੋ ਹੀ ਚਾਹਤ ਹੈ ਕਿ ਮੇਰੇ ਗੁਰੂ ਦਾ ਹੁਕਮ ਹੈ, ਮੈਂ ਆਪਣੇ ਗੁਰੂ ਦਾ ਹੁਕਮ ਮੰਨਣਾ। ਜੋ ਗੁਰ ਕਹੈ ਸੋਈ ਭਲ ਮਾਨੋ। ਇਹ ਤੇ ਗੁਰੂ ਨੇ ਸਾਨੂੰ ਸਿਖਾਇਆ। ਸਤ ਬਚਨ ਕਹਿ ਕੇ ਪਿਤਾ ਸਤਿਗੁਰਾਂ ਜੀ ਦੇ ਬਚਨਾਂ ਨੂੰ ਮੰਨਿਆ। ਮੈਂ ਇੱਥੇ ਇੱਕ ਬੇਨਤੀ ਕਰਾਂ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਕੇਵਲ ਇੱਕ ਪਿਤਾ ਦੇ ਰੂਪ ਵਿੱਚ ਨਹੀਂ ਰੱਖਿਆ। ਹਮੇਸ਼ਾ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਪਿਤਾ ਸਤਿਗੁਰੂ ਜੀ ਦੇ ਰੂਪ ਵਿੱਚ ਦੇਖਦੇ ਨੇ। ਪਿਤਾ ਤੇ ਹੈ ਹੀ, ਪਰ ਨਾਲ ਗੁਰੂ ਨਾਨਕ ਦੀ ਜੋਤ ਦੇ ਮਾਲਕ ਨੇ ਪਿਤਾ ਦੇ ਨਾਲ ਨਾਲ ਗੁਰੂ ਦੇ ਰੂਪ ਵਿੱਚ ਦੇਖਦੇ ਨੇ। ਬਾਬਾ ਪਿਰਥੀ ਚੰਦ ਨੇ ਕੇਵਲ ਪਿਤਾ ਦੇ ਰੂਪ ਵਿੱਚ ਦੇਖਿਆ ਤੇ ਪਿਤਾ ਦੇ ਰੂਪ ਵਿੱਚ ਦੇਖਦਿਆਂ ਬਿਰਤੀ ਮਾਇਆ ਵਾਲੀ ਸੀ।
ਹੱਕ ਜਤਾਉਣਾ ਸ਼ੁਰੂ ਕਰ ਦਿੱਤਾ ਕਿ ਆਉਣ ਵਾਲੇ ਅਗਲੇ ਸਮੇਂ ਵਿੱਚ ਪਿਤਾ ਜੀ ਤੋਂ ਮਗਰੋਂ ਇਸ ਗੁਰਿਆਈ ਦਾ ਵਾਰਸ ਹੱਕਦਾਰ ਮੈਂ ਹਾਂ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ 7 ਬਚਨ ਕਰਕੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨਾਂ ਨੂੰ ਮੰਨਿਆ। ਫਿਰ ਜਾਣ ਲੱਗਿਆ ਇੱਕ ਬਚਨ ਹੋਰ ਕੀਤਾ ਪਿਤਾ ਸਤਿਗੁਰੂ ਜੀ ਨੇ ਕਿ ਬੇਟਾ ਜਿੰਨਾ ਚਿਰ ਬੁਲਾਈਏ ਨਾ ਉਨਾ ਚਿਰ ਵਾਪਸ ਨਹੀਂ ਆਉਣਾ। 7 ਬਚਨ ਚਲੇ ਗਏ। ਬੇਸ਼ੱਕ ਲੰਮਾ ਸਮਾਂ ਲਾਹੌਰ ਰਹਿਣਾ ਪਿਆ, ਪਰ ਪਿਤਾ ਦਾ ਹੁਕਮ ਹਮੇਸ਼ਾ ਹੀ ਯਾਦ ਹੈ ਤੇ ਪਿਤਾ ਸਤਿਗੁਰਾਂ ਜੀ ਦੇ ਦਰਸ਼ਨਾਂ ਦੀ ਜਿਹੜੀ ਇੱਛਾ ਹੈ ਉਹ ਬੜੀ ਪ੍ਰਬਲ ਦਿਨੋਂ ਦਿਨ ਹੁੰਦੀ ਜਾ ਰਹੀ ਹੈ ਕਿ ਇੰਨਾ ਲੰਮਾ ਸਮਾਂ ਹੋ ਗਿਆ ਪਿਤਾ ਸਤਿਗੁਰਾਂ ਜੀ ਦੇ ਦਰਸ਼ਨ ਨਹੀਂ ਹੋਏ। ਗੁਰੂ ਰਾਮਦਾਸ ਪਾਤਸ਼ਾਹ ਜੀ ਜਾਣਦੇ ਨੇ, ਬੇਸ਼ੱਕ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਮਲਾਪ ਦੀ ਵੇਦਨਾ ਨੂੰ ਪ੍ਰਗਟ ਕਰਦੀਆਂ ਹੋਈਆਂ ਚਿੱਠੀਆਂ ਲਿਖ ਕੇ ਭੇਜੀਆਂ। ਬਾਬਾ ਪ੍ਰਿਥੀ ਚੰਦ ਨੇ ਉਹ ਚਿੱਠੀਆਂ ਵੀ 2 ਚਿੱਠੀਆਂ ਗੁਰੂ ਰਾਮਦਾਸ ਪਾਤਸ਼ਾਹ ਤੱਕ ਨਹੀਂ ਪਹੁੰਚਣ ਦਿੱਤੀਆਂ। ਮਨ ਦੇ ਵਿੱਚ ਇਹ ਡਰ ਹੈ, ਜਿਹੜਾ ਮਾਇਆ ਦੀ ਬਿਰਤੀ ਦੇ ਅਧੀਨ ਰਹੇਗਾ ਉਹਦੇ ਜੀਵਨ ਵਿੱਚ ਸਦਾ ਕੋਈ ਨਾ ਕੋਈ ਡਰ ਬਣਿਆ ਰਹੇਗਾ। ਜਿਹੜਾ ਮਾਇਆ ਦੀ ਬਿਰਤੀ ਦੇ ਅਧੀਨ ਜੀਵਨ ਚਲਾਉਂਦਾ ਹੈ ਨਾ, ਉਹਦੇ ਜੀਵਨ ਦੇ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦਾ ਕੋਈ ਨਾ ਕੋਈ ਡਰ ਸਦਾ ਬਣਿਆ ਰਹਿੰਦਾ। ਤੇ ਜਿਹਦਾ ਜੀਵਨ ਮਾਇਆ ਵਾਲੀ ਬਿਰਤੀ ਦਾ ਬਣ ਗਿਆ, ਉਹਦੇ ਜੀਵਨ ਵਿੱਚ ਕਿਸੇ ਪ੍ਰਕਾਰ ਦਾ ਕਦੀ ਵੀ ਕੋਈ ਡਰ ਸਤਾਉਂਦਾ ਨਹੀਂ। ਡਰ ਹੁੰਦਾ ਹੀ ਨਹੀਂ। ਕਾਹਦਾ ਡਰ ਹੈ? ਗੁਰੂ ਦੀ ਕਿਰਪਾ ਚਾਹੀਦੀ ਹੈ, ਗੁਰੂ ਦੀ ਬਖਸ਼ਿਸ਼ ਬਣੀ ਰਹੇ। ਤੇ ਜਿਹਦੇ ਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਗੁਰੂ ਪਿਆਰਿਓ, ਉਹਨੂੰ ਫਿਰ ਮੌਤ ਦਾ ਡਰ ਵੀ ਸਤਾਉਂਦਾ ਨਹੀਂ। ਆਖੋ ਸਤਨਾਮ। ਜਦੋਂ ਮਾਇਆ ਦੀ ਬਿਰਤੀ ਦੇ ਅਧੀਨ ਜੀਵਨ ਰਹੇਗਾ, ਮੌਤ ਦਾ ਵੀ ਡਰ ਸਤਾਉਂਦਾ ਰਹੇਗਾ। ਕਿਆ ਜਾਣਾ ਕਿ ਮਰੇਂਗੇ, ਇਹ ਡਰ ਬਣਿਆ ਰਹੇਗਾ। ਕੈਸਾ ਮਰਨਾ ਹੋਏ, ਕਿੱਦਾਂ ਦੀ ਮੌਤ ਆਏਗੀ। ਕਈ ਵਾਰੀ ਆਪਾਂ ਬੈਠੇ ਕਈ ਵਿਅਕਤੀਆਂ ਦੀਆਂ ਗੱਲਾਂ ਇਹ ਸੁਣੀ ਦੀਆਂ ਨਾ, ਪਤਾ ਨਹੀਂ ਕਿੱਦਾਂ ਦੀ ਮੌਤ ਆਏਗੀ, ਕੀ ਹੋਏਗਾ, ਡਰ ਬਣਿਆ ਰਹਿੰਦਾ। ਜਿਨ੍ਹਾਂ ਦੀ ਮਾਇਆ ਵਾਲੀ ਬਿਰਤੀ ਹੋ ਗਈ ਫਿਰ ਮੌਤ ਦਾ ਡਰ ਨਹੀਂ ਰਹਿੰਦਾ। ਮੁਸਰ ਗੱਲ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਾਇਆ ਵਾਲੀ ਬਿਰਤੀ ਦੇ ਵਿੱਚ ਜੀਵਨ ਬਤੀਤ ਕੀਤਾ। ਨਾਨਾ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਗੋਦ ਵਿੱਚ ਬੈਠ ਕੇ ਅਸੀਸਾਂ ਪ੍ਰਾਪਤ ਕੀਤੀਆਂ। ਬਚਪਨ ਵਿੱਚ ਹੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਵੱਡੇ ਵੀ 2 ਦੋਤਰੇ ਨੇ, ਉਹਨਾਂ ਲਈ ਇਹ ਬਚਨ ਨਹੀਂ ਕਹੇ, ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਵਾਸਤੇ ਬਚਨ ਕਹਿ ਦਿੱਤੇ ਕਿ ਭਾਨੀਏ ਇਹ ਦੋਸਤਾ ਹੈ ਨਹੀਂ, ਇਹ ਬਾਣੀ ਕਾ ਬੋਹਿਤਾ ਹੈ। ਬਚਪਨ ਵਿੱਚ ਹੀ ਜਦੋਂ ਥਾਲ ਤੇ ਹੱਥ ਰੱਖਿਆ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਹਿ ਦਿੱਤਾ, ਠਹਿਰੋ ਥਾਲ ਦਿਆ ਮਾਲਕਾ। ਹੁਣ ਉਹ ਕਿਹੜਾ ਥਾਲ ਸੀ ਜਿਹਦੀ ਮਾਲਕੀ ਦੀ ਗੱਲ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੀਤੀ? ਗੁਰੂ ਅਰਜਨ ਸਾਹਿਬ ਪਾਤਸ਼ਾਹ ਮਾਇਆ ਦੀ ਬਿਰਤੀ ਦੇ ਵਿੱਚ ਰਹਿ ਕੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪ੍ਰਸੰਨਤਾ ਹਾਸਲ ਕੀਤੀ। ਗੁਰਿਆਈ ਦੇਣ ਦਾ ਸਮਾਂ ਆਇਆ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦਾ ਗੁਰੂ ਨਾਨਕ ਦੇ ਘਰ ਵਿੱਚ ਬਹੁਤ ਵੱਡਾ ਸਤਿਕਾਰ ਹੈ। ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਸਾਨੂੰ ਪ੍ਰੇਰਨਾ ਕਰਦਾ ਕਿ ਸਿੱਖੀ ਕਿਵੇਂ ਕਮਾਈ ਜਾਂਦੀ ਹੈ। ਤੂੰ ਆਪਣੇ ਜੀਵਨ ਵਿੱਚ ਸਿੱਖੀ ਕਿਵੇਂ ਕਮਾ ਸਕਦਾ ਹੈ, ਤੇ ਜੇ ਸਿੱਖੀ ਕਮਾਏਗਾ ਤੇ ਫਿਰ ਤੇਰੇ ਤੇ ਗੁਰੂ ਦੀਆਂ ਕੈਸੀਆਂ ਬਖਸ਼ਿਸ਼ਾਂ ਹੋਣਗੀਆਂ, ਰਹਿਮਤਾਂ ਹੋਣਗੀਆਂ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਬੁੱਢਾ ਜੀ
ਤੁਹਾਡੇ ਤੋਂ ਓਲੇ ਕਦੀ ਨਹੀਂ ਹੋ ਸਕਦਾ। ਇੰਨੀ ਵੱਡੀ ਬਖਸ਼ਿਸ਼ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਨਾਨਕ ਦੇ ਘਰ ਦੀ। ਤੇ ਕਹਿੰਦੇ ਫਿਰ ਇਹ ਗੁਰਿਆਈ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਜਦੋਂ ਬਖਸ਼ਿਸ਼ ਕੀਤੀ ਨਾ, ਗੁਰਿਆਈ ਦੀਆਂ ਰਸਮਾਂ ਹੋਈਆਂ ਤੇ ਮਾਇਆ ਦੀ ਬਿਰਤੀ ਵਾਲੇ ਨੇ ਸ਼ੁਕਰਾਨਾ ਕੀਤਾ ਹੈ ਤੇ ਮਾਇਆ ਦੀ ਬਿਰਤੀ ਵਾਲੇ ਨੇ ਵਿਰੋਧਤਾ ਕੀਤੀ। ਬਿਰਤੀਆਂ ਤੇ ਦੋ ਹੀ ਨੇ। ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਵੀ ਵੱਧ ਘੱਟ ਬੋਲਿਆ ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਵੀ ਕਹਿੰਦੇ ਬਾਬਾ ਪਿਰਥੀ ਚੰਦ ਨੂੰ ਇਹ ਗੱਲ ਕਹੀ। ਜਦੋਂ ਬਾਬਾ ਪਿਰਥੀ ਚੰਦ ਨੇ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ, ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ, ਤੁਹਾਡੇ ਤੇ ਗੁਰੂ ਨਾਨਕ ਸਾਹਿਬ ਜੀ ਦੀਆਂ ਬੜੀਆਂ ਬਖਸ਼ਿਸ਼ਾਂ ਨੇ, ਪਰ ਤੁਸੀਂ ਆਹ ਕੰਮ ਚੰਗਾ ਨਹੀਂ ਕੀਤਾ। ਜੇ ਤੁਸੀਂ ਪਿਤਾ ਜੀ ਨੂੰ ਸਲਾਹ ਦਿੰਦੇ ਕਿ ਸਾਰਾ ਪ੍ਰਬੰਧ ਕਿੰਨੇ ਸੋਹਣੇ ਤਰੀਕੇ ਦੇ ਨਾਲ ਪਿਰਥੀ ਚੰਦ ਦੇਖਦਾ ਹੈ ਤੇ ਪਿਤਾ ਸਤਿਗੁਰ ਜੀ ਇਹ ਗੁਰਿਆਈ ਮੈਨੂੰ ਦਿੰਦੇ, ਤੁਸੀਂ ਵੀ ਮੇਰੇ ਬਾਰੇ ਪਿਤਾ ਸਤਿਗੁਰਾਂ ਜੀ ਨੂੰ ਨਹੀਂ ਦੱਸਿਆ। ਤੁਹਾਡੇ ਨਾਲ ਸਲਾਹ ਕੀਤੀ ਸੀ ਪਰ ਤੁਸੀਂ ਇਹ ਗੱਲ ਨਹੀਂ ਕਹੀ। ਮੇਰੇ ਮਨ ਵਿੱਚ ਅੱਜ ਤੋਂ ਤੁਹਾਡਾ ਬਿਲਕੁਲ ਸਤਿਕਾਰ ਖਤਮ ਹੋ ਗਿਆ। ਇੱਥੋਂ ਤੱਕ ਕਹਿ ਦਿੱਤਾ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਗੱਲ ਕਹੀ ਕਿ ਪਿਰਥੀ ਚੰਦ, ਤੁਸੀਂ ਗੁਰੂ ਸੁਪੁੱਤਰ ਹੋ, ਇਹ ਤੁਹਾਡੀ ਸਦਾ ਹੀ ਵਡਿਆਈ ਬਣੀ ਰਹੇਗੀ, ਕਿਉਂਕਿ ਗੁਰੂ ਸੁਪੁੱਤਰ ਹੋ, ਇਹ ਕੋਈ ਛੋਟੀ ਗੱਲ ਹੈ। ਪਰ ਇੱਕ ਗੱਲ ਦਾ ਖਿਆਲ ਰੱਖਿਓ, ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਰਹਿ ਕੇ ਤੁਸੀਂ ਗੁਰਿਆਈ ਵਾਲਾ ਇੱਕ ਵੀ ਗੁਣ ਪ੍ਰਾਪਤ ਨਹੀਂ ਕੀਤਾ। ਪਰ ਫਿਰ ਵੀ ਝਗੜਾ ਕਰਨ ਦੀ ਲੋੜ ਨਹੀਂ। ਤੁਸੀਂ ਗੁਰੂ ਦੇ ਸਿੱਖ ਵਾਲਾ, ਗੁਰੂ ਦੀ ਸ਼ਰਨ ਵਿੱਚ ਰਹਿ ਕੇ ਜੀਵਨ ਬਤੀਤ ਕਰੋ, ਗੁਰੂ ਦੀਆਂ ਬੜੀਆਂ ਬਖਸ਼ਿਸ਼ਾਂ ਬਣੀਆਂ ਰਹਿਣਗੀਆਂ। ਪਰ ਬਾਬਾ ਪਿਰਥੀ ਚੰਦ ਬਾਬਾ ਬੁੱਢਾ ਸਾਹਿਬ ਜੀ ਦੀ ਸਲਾਹ ਨੂੰ ਨਹੀਂ ਮੰਨਿਆ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਘਰ ਜਾ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਲ ਵੀ ਝਗੜਾ ਕੀਤਾ ਕਿ ਤੁਸੀਂ ਮੇਰੇ ਨਾਲ ਗਲਤ ਕੀਤਾ, ਮੇਰੀ ਯੋਗਤਾ ਨੂੰ ਨਹੀਂ ਦੇਖਿਆ, ਮੇਰੀ ਲਿਆਕਤ ਨੂੰ ਨਹੀਂ ਦੇਖਿਆ। ਛੋਟਾ ਭਰਾ, ਉਹਦੇ ਵਿੱਚ ਕੀ ਯੋਗਤਾ ਜਿਹਦਾ ਕਰਕੇ ਉਹਨੂੰ ਗੁਰਿਆਈ ਦੇ ਦਿੱਤੀ। ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਚਨ ਕਹੇ ਸਨ ਕਿ ਕਾਹੇ ਪੂਤ ਝਗਰਤ ਹੋ ਸੰਗ ਬਾਪ। ਪੁੱਤਰ ਜੀ, ਪਿਤਾ ਦੇ ਨਾਲ ਕਿਉਂ ਝਗੜਾ ਕਰਦੇ ਹੋ? ਜਿਨ ਕੈ ਜਲੇ ਬਡੇਰੇ ਤੁਮ ਹੋ, ਤਿਨ ਸਿਉ ਝਗੜਤ ਪਾਪ। ਪਿਤਾ ਦੇ ਨਾਲ ਝਗੜਾ ਚੰਗਾ ਨਹੀਂ। ਬਾਬਾ ਪਿਰਥੀ ਚੰਦ ਨਹੀਂ ਹਟਿਆ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ, ਜਿਨ੍ਹਾਂ ਦੇ ਬਾਰੇ ਭੱਟ ਸਾਹਿਬ ਜੀ ਕਹਿ ਰਹੇ ਨੇ ਕਿ ਆਪ ਪਰਮਾਤਮਾ ਦਾ ਰੂਪ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ, ਜਿਨ੍ਹਾਂ ਦੇ ਨੇੜੇ ਤੇੜੇ ਵੀ ਕਾਮ ਆਦਿਕ ਵਿਕਾਰ ਜਿਹੜੇ ਦੁਸ਼ਮਣ ਨੇ, ਇਹ ਢੁਕਦੇ ਨਹੀਂ। ਕਿਸੇ ਪ੍ਰਕਾਰ ਵੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਤੇ ਇਹਨਾਂ ਦਾ ਕੋਈ ਪ੍ਰਭਾਵ ਨਹੀਂ, ਕਿਉਂਕਿ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਰੂਪ ਨੇ ਜਿਹੜਾ ਨਿਰਭਉ ਤੇ ਨਿਰਵੈਰ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਤੇ ਫਿਰ ਗੁਰੂ ਨਾਨਕ ਦੇ ਘਰ ਦੀ ਸਿੱਖੀ ਦਾ ਪ੍ਰਚਾਰ ਆਰੰਭ ਕੀਤਾ। ਕੈਸਾ ਪ੍ਰਚਾਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਹੋਏਗਾ ਕਿ ਗੁਰੂ ਪਿਆਰਿਓ, 15ਵੀਂ ਤੇ 16ਵੀਂ ਸਦੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਪੰਜਾਬ ਦੀ ਧਰਤੀ ਤੇ ਜਿਹੜਾ ਪਹਿਲਾ ਵੱਡਾ ਪੰਜਾਬ ਸੀ, ਸਖੀ ਸਰਵਰੀਆਂ ਦਾ ਬੜਾ ਜ਼ੋਰ ਸੀ, ਜਿਨ੍ਹਾਂ ਨੂੰ ਸੁਲਤਾਨੀਏ ਵੀ ਆਖਿਆ ਜਾਂਦਾ।
ਜ਼ਿਕਰ ਆਉਂਦਾ ਕਿ ਸੁਲਤਾਨ ਸੈयद ਅਹਿਮਦ ਇਹਨਾਂ ਦਾ ਆਗੂ ਸੀ। 1253 ਚ ਉਹਦਾ ਜਨਮ ਹੋਇਆ ਦੱਸਦੇ ਆ, ਤੇ 1291 ਚ ਉਹਦੀ ਮੌਤ ਹੋ ਗਈ। ਬਹੁਤ ਸਾਰੇ ਪੀਰਖਾਨੇ ਬਣਾਏ ਤੇ ਉਹਦੀ ਫਿਰ ਕਬਰ ਜਿਹੜੀ ਆ ਨਗਾਹੇ ਪਿੰਡ ਬਣਾਈ ਗਈ ਤੇ ਨਗਾਹੇ ਵਾਲਾ ਪੀਰ ਪ੍ਰਚਲਿਤ ਹੋਇਆ। ਬਹੁਤ ਸਾਰੇ ਕਹਿੰਦੇ ਪੰਜਾਬ ਦੇ ਵਸਨੀਕ ਜ਼ਿਮੀਂਦਾਰ ਬਰਾਦਰੀ ਬੇਸ਼ੱਕ ਹਿੰਦੂ ਸਨ, ਪਰ ਉਹ ਸਖੀ ਸਰਵਰੀਆਂ ਦੇ ਬੜੇ ਪ੍ਰਭਾਵ ਥੱਲੇ ਸਨ। ਵੀਰਵਾਰ ਜਾਣਾ, ਰੋਡ ਚੜਾਉਣੇ, ਜਿਵੇਂ ਅੱਜ ਵੀ ਆਪਾਂ ਪਿੰਡਾਂ ਵਿੱਚ ਦੇਖਦੇ ਹਾਂ, ਵੀਰਵਾਰ ਵਾਲੇ ਦਿਨ ਮਿੱਠੇ ਚੌਲ ਬਣਾ ਕੇ ਵੰਡੇ ਜਾਂਦੇ ਆ। ਇਸਲਾਮ ਵਿੱਚ ਲਿਆਉਣ ਵਾਸਤੇ ਪਹਿਲੋਂ ਸਖੀ ਸਰਵਰ ਬਣਾਇਆ ਜਾਂਦਾ ਸੀ ਤੇ ਬਹੁਤ ਸਾਰੇ ਹਿੰਦੂਆਂ ਤੇ ਇਸ ਗੱਲ ਦਾ ਪ੍ਰਭਾਵ ਸੀ। ਭਰਮ ਵਿੱਚ ਪਏ ਹੋਏ ਸਖੀ ਸਰਵਰੀਏ ਬਣ ਰਹੇ ਸਨ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇ ਘਰ ਦੇ ਉਪਦੇਸ਼ ਨੂੰ ਅੱਗੇ ਜਾਰੀ ਕਰਦੇ ਹੋਏ ਪ੍ਰਚਾਰ ਕੀਤਾ ਕਿ ਇਸ ਤਰੀਕੇ ਦੇ ਨਾਲ ਜੀਵਨ ਦੀ ਕੋਈ ਵੀ ਪ੍ਰਾਪਤੀ ਨਹੀਂ, ਇਹ ਕੇਵਲ ਇੱਕ ਭਰਮ ਹੈ ਤੇ ਭਰਮ ਦੇ ਵਿੱਚ ਰਹਿ ਕੇ ਜੀਵਨ ਦੀ ਸਫਲਤਾ ਨਹੀਂ। ਪਰਮਾਤਮਾ ਦੀ ਬੰਦਗੀ ਹੀ ਅਸਲ ਦੇ ਵਿੱਚ ਜੀਵਨ ਦਾ ਧਰਮ ਹੈ ਤੇ ਜੀਵਨ ਦਾ ਕਰਮ ਚੰਗਾ ਕਰਨਾ, ਪਰਮਾਤਮਾ ਦੀ ਆਰਾਧਨਾ ਕਰਨਾ ਅਸਲ ਦੇ ਵਿੱਚ ਇਹੀ ਧਰਮ ਹੈ। ਤੇ ਬਹੁਤ ਸਾਰਿਆਂ ਦੇ ਇਸ ਗੱਲ ਦਾ ਪ੍ਰਭਾਵ ਪਿਆ ਤੇ ਉਸ ਸਮੇਂ ਸਖੀ ਸਰਵਰ ਦਾ ਜਿਹੜਾ ਆਗੂ ਸੀ ਨਾ, ਮੈਂ ਬੇਨਤੀ ਇਸ ਕਰਕੇ ਕਰਨੀ, ਅੱਜ ਅਸੀਂ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਨਾ ਸਮਝ ਕੇ, ਨਾ ਜਾਣ ਕੇ ਮੰਨਣ ਵਾਲੇ ਪਾਸੇ ਨਹੀਂ, ਅੱਜ ਵੀ ਅਸੀਂ ਉਸੇ ਤਰ੍ਹਾਂ ਹੀ ਕਰ ਰਹੇ ਹਾਂ ਜਿਹੜਾ ਕੋਈ 15ਵੀਂ 16ਵੀਂ ਸਦੀ ਦੇ ਵਿੱਚ ਹੁੰਦਾ ਰਿਹਾ। ਭਾਈ ਮੰਝ ਇਲਾਕੇ ਦਾ ਪਿੰਡ ਦਾ ਚੌਧਰੀ ਸਖੀ ਸਰਵਰੀਆਂ ਦਾ ਆਗੂ ਹਰ ਸਾਲ ਨਗਾਹੇ ਵਾਲੇ ਪੀਰ ਦੇ ਜਥਾ ਲੈ ਕੇ ਜਾਣਾ। ਅੱਜ ਸਮਾਂ ਬਣਿਆ, ਅੰਮ੍ਰਿਤਸਰ ਰੁਕੇ, ਵਾਪਸ ਆਉਂਦੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ, ਸੰਗਤ ਕੀਤੀ ਤੇ ਇੱਥੇ ਕੀ ਦੇਖਿਆ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜੋ ਬਚਨ ਕਰਦੇ ਹਨ ਉਹਦੇ ਵਿੱਚ ਕੋਈ ਵੀ ਬਨਾਵਟ ਨਹੀਂ, ਆਰਟੀਫਿਸ਼ਲ ਨਹੀਂ। ਜੋ ਕਰਦੇ ਨੇ ਉਹ ਹੀ ਕਰਨ ਲਈ ਕਹਿੰਦੇ ਨੇ। ਫਿਰ ਉੱਥੇ ਜਿਹੜੇ ਸਿੱਖ ਨੇ ਕੈਸੀ ਪਿਆਰੀ ਸੇਵਾ ਦੀ ਘਾਲ ਕਮਾਈ ਕਰ ਰਹੇ ਨੇ ਤੇ ਸੇਵਾ ਕਰਦਿਆਂ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਮੋਹ ਨਹੀਂ, ਕੋਈ ਪਕੜ ਨਹੀਂ। ਕੈਸਾ ਆਨੰਦ ਬਣਿਆ ਜਿਹੜਾ ਅੱਜ ਤੱਕ ਸਖੀ ਸਰਵਰ ਦੀ ਪੂਜਾ ਕਰਕੇ ਨਹੀਂ ਪ੍ਰਾਪਤ ਹੋਇਆ। ਰੋਗੇ ਸਿੱਖੀ ਦੀ ਦਾਤ ਮੰਗੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਮਾਇਆ ਵਾਲੀ ਬਿਰਤੀ ਬਣ ਜਾਂਦੀ ਹੈ ਨਾ, ਮਾਇਆ ਦਾ ਹਰ ਪ੍ਰਕਾਰ ਦਾ ਪ੍ਰਭਾਵ ਆਪਣੇ ਆਪ ਖਤਮ ਹੋ ਜਾਂਦਾ। ਗੁਰੂ ਕਿਰਪਾ ਕਰਦਾ, ਮਾਇਆ ਦੇ ਨਾਲੋਂ ਤੋੜ ਕੇ ਤੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜ ਦਿੰਦਾ। ਮਾਇਆ ਦੀ ਕੋਈ ਕਮੀ ਨਹੀਂ। ਚੌਧਰੀ ਆ ਪਿੰਡ ਦਾ, ਚੌਧਰੀਆਂ 'ਚ ਬਹਿਣਾ ਖਲੋਣਾ। ਜੇ ਧਾਰਮਿਕ ਦੁਨੀਆ ਦਾ ਜ਼ਿਕਰ ਕਰੀਏ ਤੇ ਨਗਾਹੇ ਵਾਲੇ ਪੀਰ ਦਾ ਆਗੂ ਹੈ, ਜਥੇ ਲੈ ਕੇ ਜਾਂਦਾ ਹੈ। ਪਰ ਅੱਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਕੇ ਜੀਵਨ ਬਦਲ ਗਿਆ। ਸਿੱਖ ਧਰਮ ਵਿੱਚ ਪ੍ਰਵੇਸ਼ ਕਰਨ ਵਾਸਤੇ ਦੁਨੀਆਦਾਰੀ ਦਾ ਹਰ ਪ੍ਰਕਾਰ ਦਾ ਜਿਹੜਾ ਲਿਹਾਜ਼ ਸੀ ਨਾ, ਉਹਨੂੰ ਪਿੱਛੇ ਛੱਡ ਦਿੱਤਾ। ਸਿੱਖੀ ਦੀ ਦਾਤ ਮੰਗੀ ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਸਿੱਖੀ ਤੇ ਸਿੱਖੀ ਨਹੀਂ ਟਿਕ ਸਕਦੀ। ਭਾਵ ਸੀ ਕਿ ਜੇ ਸਿੱਖੀ ਦੀ ਦਾਤ ਲੈਣੀ ਆ ਤੇ ਜਿੱਥੇ ਪਹਿਲੋਂ ਜੁੜਿਆ ਉਹ ਪਾਸਾ ਛੱਡਣਾ ਪਏਗਾ। ਇਹਨੇ ਜਾ ਕੇ ਆਪਣੇ ਘਰ ਵਿੱਚੋਂ ਉਹ ਸਾਰੀਆਂ ਕਬਰਾਂ ਵੀ ਢਾਤੀਆਂ
ਬਾਹਰੀ ਤੌਰ ਤੇ ਮਾਲੀ ਫਾਈਨੈਂਸ਼ਲੀ ਨੁਕਸਾਨ ਵੀ ਹੋਇਆ, ਪਰ ਪਿਆਰ ਐਸਾ ਬਣ ਗਿਆ ਕਿ ਸਾਰਾ ਕੁਝ ਚਲਿਆ ਜਾਏ, ਮੈਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਬਖਸ਼ਿਸ਼ ਮਾਇਆ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਕਿਰਪਾ ਮੇਰੇ ਤੇ ਬਣੀ ਰਹੇ, ਮੈਨੂੰ ਕੁਝ ਨਹੀਂ ਚਾਹੀਦਾ। ਔਰ ਐਸੀ ਘਾਲ ਕਮਾਈ ਕੀਤੀ ਕਿ ਲੰਗਰ ਦੇ ਵਿੱਚ ਲੱਕੜਾਂ ਲਿਆਉਣ ਦੀ ਸੇਵਾ ਕੀਤੀ, ਤੇ ਸੇਵਾ ਕਰਦੇ ਕਰਦਿਆਂ ਅੱਜ ਐਸਾ ਵੀ ਸਮਾਂ ਆਇਆ ਕਿ ਖੂਹ ਵਿੱਚ ਡਿੱਗੇ ਲੱਕੜਾਂ ਦੀ ਪੰਡ ਸਿਰ ਤੇ ਆ, ਤੇ ਜੇ ਸਤਿਗੁਰੂ ਸਾਹਿਬ ਪਾਤਸ਼ਾਹ ਜੀ ਨੂੰ ਖਬਰ ਮਿਲੀ, ਸਤਿਗੁਰੂ ਜੀ ਕਿੰਨਾ ਭਾਗਾਂ ਵਾਲਾ ਉਹ ਗੁਰੂ ਦਾ ਪਿਆਰਾ ਸਿੱਖ ਕਿ ਜੇ ਇਸ ਡਿੱਗੇ ਹੋਏ ਸਿੱਖ ਨੂੰ ਕੱਢਣ ਵਾਸਤੇ ਗੁਰੂ ਆਪ ਜਾ ਰਿਹਾ, ਤੇ ਜੇ ਗੁਰੂ ਨੇ ਆਵਾਜ਼ ਦਿੱਤੀ ਹੈ ਤੇ ਸਿੱਖ ਦਾ ਪਿਆਰ ਦੇਖੋ, ਕਿਉਂਕਿ ਪਕੜ ਕੋਈ ਨਹੀਂ, ਬਿਰਤੀ ਮਾਇਆ ਵਾਲੀ ਗੁਰੂ ਦੀ ਕਿਰਪਾ ਮੇਰੇ ਤੇ ਹੋ ਜੇ। ਕਿਹਾ ਪਹਿਲੋਂ ਲੱਕੜੀਆਂ ਕੱਢੀਆਂ ਜਾਣ ਤਾਂ ਕਿ ਲੰਗਰਾਂ ਦੇ ਵਿੱਚ ਸੇਵਾ ਹੋਣੀ ਆ, ਤੇ ਜਦੋਂ ਬਾਹਰ ਨਿਕਲੇ ਭਾਈ ਮੰਝ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਮਾਇਆ ਦਾ ਮੀਂਹ ਵਰਾ ਦਿੱਤਾ। ਬਾਬਾ ਪਿਰਥੀ ਚੰਦ ਮਾਇਆ ਦੇ ਅਧੀਨ ਸਾਰੀ ਉਮਰ ਤੜਫਦਾ ਰਿਹਾ, ਮਾਇਆ ਪ੍ਰਾਪਤ ਨਹੀਂ ਹੋਈ। ਭਾਈ ਮੰਝ ਜਿਹੜਾ ਸਖੀ ਸਰਵਰ ਦਾ ਪੁਜਾਰੀ ਸੀ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਇਆ, ਤੇ ਐਸੀ ਕਿਰਪਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀ ਹੋਈ, ਤੇ ਗੁਰੂ ਨੇ ਇਹ ਕਹਿ ਦਿੱਤਾ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ। ਇੰਨਾ ਪਿਆਰ ਬਖਸ਼ਿਆ ਭਾਈ ਮੰਝ ਨੂੰ। ਮੰਝ ਗੁਰੂ ਕਾ ਬੋਹਿਤਾ ਜਗ ਲੰਘੜਹਾਰਾ। ਉਹ ਗੁਰੂ ਅਰਜਨ ਸਾਹਿਬ ਪਾਤਸ਼ਾਹ ਜਿਨ੍ਹਾਂ ਤੇ ਕਿਸੇ ਪ੍ਰਕਾਰ ਦਾ ਭੱਟ ਜੀ ਕਹਿੰਦੇ ਨੇ ਇਹ ਜਿਹੜੇ ਵਿਕਾਰ ਨੇ ਇਹਨਾਂ ਦਾ ਕੋਈ ਪ੍ਰਭਾਵ ਨਹੀਂ, ਮੋਹ ਦੀ ਪਕੜ ਚੋਂ ਨਿਰਲੇਪ ਨੇ, ਕਿਸੇ ਪ੍ਰਕਾਰ ਦੀ ਕੋਈ ਪਕੜ ਨਹੀਂ। ਕਿਉਂ ਨਹੀਂ? ਭੱਟ ਸਾਹਿਬ ਜੀ ਕਹਿੰਦੇ ਅਸੀਂ ਦੇਖਿਆ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਸੱਚ ਮਾਇਨਿਆਂ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਦਾ ਸਰੂਪ ਨੇ। ਆਖੋ ਸਤਨਾਮ। ਧਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹਿਓ ਭਾਰ, ਭਨ ਮਥਰਾ ਕਛ ਭੇਦ ਨਾਹੀ ਗੁਰ ਅਰਜਨ ਪ੍ਰਤੱਖ ਹਰ। ਇਥੋਂ ਤੱਕ ਭੱਟ ਸਾਹਿਬ ਜੀ ਨੇ ਕਹਿ ਦਿੱਤਾ ਕਿ ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਉਹਨਾਂ ਦੇ ਬਾਰੇ ਭੱਟ ਸਾਹਿਬ ਜੀ ਕਹਿੰਦੇ ਨੇ ਕਿ ਗੁਰ ਅਰਜਨ ਪੁਰਖ ਪਰਮਾਨ, ਪਾਰਥੋ ਚਾਲੈ ਨਹੀਂ। ਗੁਰੂ ਅਰਜਨ ਸਾਹਿਬ ਪਾਤਸ਼ਾਹ ਅਕਾਲ ਪੁਰਖ ਪਰਮਾਤਮਾ ਦਾ ਸਰੂਪ ਹਨ। ਕਿਸੇ ਵੀ ਪ੍ਰਕਾਰ ਇਹਨਾਂ ਤੇ ਕਾਮ ਆਦਿਕ ਜਿਹੜੇ ਵੈਰੀ ਨੇ ਉਹਨਾਂ ਦਾ ਪ੍ਰਭਾਵ ਨਹੀਂ, ਭਾਵ ਕਿ ਕਿਸੇ ਪ੍ਰਕਾਰ ਵੀ ਇਹਨਾਂ ਵੈਰੀਆਂ ਤੋਂ ਇਹ ਡਰਦੇ ਨਹੀਂ। ਕਿਉਂ ਨਹੀਂ ਡਰਦੇ? ਨੇਜਾ ਨਾਮ ਨਿਸ਼ਾਨ ਸਤਿਗੁਰ ਸ਼ਬਦ ਸਵਾਰਿਓ। ਨੇਜਾ ਨਾਮ ਨਿਸ਼ਾਨ। ਨਾਮ ਨਿਸ਼ਾਨ ਤੋਂ ਭਾਵ ਹੈ ਨਾਮ ਦਾ ਪ੍ਰਕਾਸ਼। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਹੱਥ ਵਿੱਚ ਨੇਜਾ ਹੈ। ਤੇ ਅਗਲੀ ਗੱਲ ਕੀ ਕਹੀ? ਸਤਿਗੁਰ ਸ਼ਬਦ ਸਵਾਰਿਓ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਗੁਰੂ ਦੇ ਸ਼ਬਦ ਦੇ ਨਾਲ, ਜਾਂ ਐਵੇਂ ਕਹਿ ਲਈਏ ਕਿ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਗੁਰੂ ਦੇ ਸ਼ਬਦ ਨੇ ਸਵਾਰਿਆ ਹੈ। ਭੱਟ ਸਾਹਿਬ ਜੀ ਕਹਿੰਦੇ ਸਾਡਾ ਆਹ ਅਨੁਭਵ ਹੈ। ਇਸ ਰੂਪ ਵਿੱਚ ਭੱਟ ਸਾਹਿਬ ਜੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਦੇਖਦੇ ਨੇ। ਸਿੱਖਾ ਤੇਰੇ ਵੀ ਜੀਵਨ ਵਿੱਚ ਕਿਤੇ ਇਹ ਸੋਚ ਆਏ, ਕਿਉਂ ਥਾਂ ਥਾਂ ਤੇ ਤੁਰਿਆ ਫਿਰਦਾ? ਪੀਰ ਫਕੀਰ ਜਾਣ ਕੇ ਉੱਥੇ ਜਾ ਕੇ ਨੱਕ ਰਗੜਦਾ ਰਹਿਣਾ, ਕਬਰਾਂ ਤੇ ਸਮਾਧਾਂ ਤੇ ਜਾ ਜਾ ਕੇ ਨੱਕ ਰਗੜਦਾ। ਵਾਰਾਂ ਦਾ ਭਰਮ ਤੇਰੇ ਜੀਵਨ ਵਿੱਚ ਬਣਿਆ ਹੋਇਆ। ਜਿਹੜੀਆਂ ਕਬਰਾਂ ਤੇ ਤੂੰ ਜਾ ਕੇ ਨੱਕ ਰਗੜਦਾ, ਉਹਨਾਂ ਕਬਰਾਂ ਦੀ ਪੂਜਾ ਕਰਨ ਵਾਲਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਦਰ ਤੇ ਆਇਆ ਤੇ ਉਹਨੇ ਸਾਰਾ ਕੁਝ ਛੱਡਤਾ। ਤੇ ਸਿੱਖਾ ਤੂੰ ਕਿਹੜੇ ਪਾਸੇ ਤੁਰਿਆ ਫਿਰਦਾ?
कि तेरे मन विच कदी ये भट्ट साहब जी दे बचन तैनूं याद नहीं आउंदे कि भट्ट साहब जी कहंदे गुरु अर्जन देव जी महाराज परमात्मा दा स्वरूप ने, ते परमात्मा तो वड्डा कौन है? तू गुरु अर्जन साहब पातशाह जी दे चरनां विच आ, तू उस निरंकारी जोत दे उपदेश दे नाल जुड़ ਜਿਹੜੀ तेरे जीवन ਨੂੰ ਸਵਾਰਨ ਵਾਸਤੇ उस निरंकारी जोत ने ਤੈਨੂੰ ਇੰਨਾ ਵੱਡਾ ਗੁਰਬਾਣੀ ਦਾ ਖਜ਼ਾਨਾ ਦਿੱਤਾ, ਸ਼ਬਦ ਦਿੱਤਾ। ਤੂੰ ਸ਼ਬਦ ਦਾ ਪੁਜਾਰੀ ਬਣ। ਜੇ 15ਵੀਂ 16ਵੀਂ ਸਦੀ ਦੇ ਵਿੱਚ ਸਖੀ ਸਰਵਰੀਆਂ ਦਾ ਇੰਨਾ ਜ਼ੋਰ ਸੀ ਤੇ ਉਹਨਾਂ ਦੇ ਆਗੂ ਅਖਵਾਉਣ ਵਾਲੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਨੂੰ ਦੇਖ ਕੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਵਿੱਚ ਆ ਗਏ, ਤੇ ਤੂੰ ਸਿੱਖ ਅਖਵਾਉਣ ਵਾਲਿਆ ਤੂੰ ਕਿੱਥੇ ਤੁਰਿਆ ਫਿਰਦਾ? ਕਦੀ ਸੋਚਿਆ ਹੀ? ਜੇ ਕਹਿੰਦੇ ਉਸ ਸਦੀ ਦੇ ਵਿੱਚ ਜ਼ਿਮੀਂਦਾਰ ਅਖਵਾਉਣ ਵਾਲੇ ਹਿੰਦੂ ਵੀ ਸਖੀ ਸਰਵਰੀਆਂ ਦੇ ਪ੍ਰਭਾਵ ਥੱਲੇ ਆ ਗਏ, ਅੱਜ ਸਿੱਖਾ ਤੂੰ ਵੀ ਤੇ ਤੇਰਾ ਸਰੂਪ ਸਿੱਖਾਂ ਵਾਲਾ ਹੈ। ਤੇਰੇ ਹੱਥਾਂ ਤੇ ਕਈ ਕਈ ਰੰਗਾਂ ਦੇ ਧਾਗੇ ਬੱਝੇ ਸਾਬਤ ਕਰਦੇ ਨੇ ਕਿ ਤੂੰ ਸਿੱਖ ਨਹੀਂ ਆ, ਤੂੰ ਸਿੱਖੀ ਦੇ ਸਰੂਪ ਵਿੱਚ ਬਹਿਰੂਪੀ ਆ, ਸਿੱਖ ਨਹੀਂ ਆ। ਗੁਰੂ ਦਾ ਸਿੱਖ ਉਹਦੇ ਹੱਥ ਵਿੱਚ ਕੜਾ ਸੋਭਦਾ, ਉਹਦੀ ਪਛਾਣ ਹੈ। ਤੇ ਜੇ ਕੜਾ ਲਾ ਕੇ ਤੇਰੇ ਹੱਥਾਂ ਤੇ ਕਈ ਰੰਗਾਂ ਦੇ ਧਾਗੇ ਆ ਗਏ, ਤੇਰੇ ਗਲਾਂ ਵਿੱਚ ਤਵੀਤ ਆ ਗਏ, ਤੇਰੇ ਡੋਲਿਆਂ ਤੇ ਤਵੀਤ ਆ ਗਏ, ਫਿਰ ਤੂੰ ਗੁਰੂ ਦਾ ਸਿੱਖ ਨਹੀਂ। ਤੂੰ ਆਪਣੀ ਮੱਤ ਦੇ ਮਗਰ ਲੱਗਣ ਵਾਲਾ ਸਿੱਖ ਦੇ ਰੂਪ ਵਿੱਚ ਇੱਕ ਬਹਿਰੂਪੀ ਆ, ਜਿਹੜਾ ਸਿੱਖੀ ਦਾ ਮਾੜਾ ਪ੍ਰਭਾਵ ਲੋਕਾਂ ਨੂੰ ਦੱਸ ਰਿਹਾ। ਗੁਰੂ ਦਾ ਸਿੱਖ ਕਦੀ ਭਰਮ ਵਿੱਚ ਨਹੀਂ ਪੈਂਦਾ, ਵਹਿਮ ਭਰਮ ਵਿੱਚ ਨਹੀਂ ਪੈਂਦਾ, ਕਰਮ ਕਾਂਡਾਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ। ਉਹ ਸੱਚ ਦੇ ਨਾਲ ਜੁੜਿਆ ਰਹਿੰਦਾ, ਉਹ ਸ਼ਬਦ ਦਾ ਪੁਜਾਰੀ ਹੈ। ਉਹ ਹਰ ਰੋਜ਼ ਨਿਤਨੇਮ ਕਰਦਾ, ਗੁਰੂ ਦੀ ਬਾਣੀ ਪੜ੍ਹਦਾ, ਸਮਾਂ ਬਣੇ ਸੰਗਤ ਵਿੱਚ ਆਉਂਦਾ ਹੈ, ਜੋੜੇ ਝਾੜਦਾ ਸੰਗਤ ਦੇ, ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਦਾ ਹੈ। ਜਥਾ ਸ਼ਕਤ ਜਿਸ ਵੀ ਤਰੀਕੇ ਦੇ ਨਾਲ ਉਹ ਕਰ ਸਕਦਾ, ਉਹ ਪੰਥਕ ਕਾਰਜਾਂ ਵਾਸਤੇ ਫਾਈਨੈਂਸ਼ਲੀ ਤੌਰ ਤੇ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਹਿੱਸੇ ਪਾਉਂਦਾ, ਉਹ ਭਰਮ ਨਹੀਂ ਕਰਦਾ। ਸਿੱਖਾ ਤੈਨੂੰ ਇਹ ਗੱਲ ਯਾਦ ਨਹੀਂ ਆਉਂਦੀ? ਭਾਈ ਮੰਝ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਕੋਲੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ, ਤੇ ਸਿੱਖੀ ਨੂੰ ਪ੍ਰਾਪਤ ਕਰਨ ਵਾਸਤੇ ਆਪਣਾ ਸਾਰਾ ਕੁਝ ਹੀ ਛੱਡ ਦਿੱਤਾ। ਗੱਲ ਦੀ ਸਮਝ ਆ ਗਈ ਕਿ ਮਾਇਆ ਦੇ ਨਾਲ ਕੋਈ ਵੀ ਪ੍ਰਾਪਤੀ ਨਹੀਂ ਹੈ, ਇਹ ਥੋੜ੍ਹ ਚਿਰੀ ਆ। ਮਾਇਆ ਦੇ ਵਿੱਚ ਜੀਵਨ ਸੁਧਰ ਜਾਂਦਾ ਹੈ, ਕਿਰਪਾ ਦੇ ਨਾਲ ਜੀਵਨ ਸੁਧਰ ਜਾਂਦਾ। ਕਿੰਨੀਆਂ ਉਦਾਹਰਨਾਂ ਸਾਨੂੰ ਇਤਿਹਾਸ ਵਿੱਚੋਂ ਮਿਲਦੀਆਂ ਨੇ। ਭਾਈ ਸੱਜਣ ਵਰਗੇ ਕਿਰਪਾ ਦੇ ਨਾਲ ਜੀਵਨ ਸੁਧਰ ਗਿਆ। ਭੂਮੀਏ ਚੋਰ ਵਰਗੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਕਿਰਪਾ ਹੋਈ, ਜੀਵਨ ਸੁਧਰ ਗਿਆ। ਸਿੱਖਾ ਤੂੰ ਵੀ ਕਿਰਪਾ ਦਾ ਪਾਤਰ ਬਣਨ ਦੀ ਇੱਛਾ ਆਪਣੇ ਜੀਵਨ ਵਿੱਚ ਰੱਖ, ਆਹ ਬਿਰਤੀ ਆਪਣੇ ਜੀਵਨ ਵਿੱਚ ਲੈ ਕੇ ਆ। ਤੇ ਭੱਟ ਜੀ ਕਹਿੰਦੇ ਨੇ, ਭਵ ਜਲ ਸਾਇਰ ਸੇਤ ਨਾਮ ਹਰੀ ਕਾ ਬੋਹਿਥਾ। ਭਵ ਜਲ ਭਾਵ ਸੰਸਾਰ, ਸਾਇਰ ਤੋਂ ਭਾਵ ਹੈ ਸਾਗਰ। ਇਹ ਜਿਹੜਾ ਸੰਸਾਰ ਹੈ ਇਹ ਸਾਗਰ ਹੈ। ਇਹਨੂੰ ਪਾਰ ਕਰਨ ਵਾਸਤੇ ਪਰਮਾਤਮਾ ਦਾ ਨਾਮ ਹੀ ਪੁਲ ਹੈ, ਤੇ ਪਰਮਾਤਮਾ ਦਾ ਨਾਮ ਹੀ ਜਹਾਜ਼ ਹੈ। ਪਾਰ ਕਰਨ ਵਾਸਤੇ ਪੁਲ ਦੀ ਵੀ ਲੋੜ ਪੈਂਦੀ ਹੈ ਨਾ, ਤੇ ਜਹਾਜ਼ ਦੀ ਵੀ ਲੋੜ ਪੈਂਦੀ ਹੈ। ਕਹਿੰਦੇ ਇਹ ਵਹਿਮ ਭਰਮ ਵਿੱਚ ਪੈ ਕੇ ਕਬਰਾਂ ਦੀ ਪੂਜਾ ਕਰ ਕਰਕੇ ਤੂੰ ਇਸ ਸੰਸਾਰ ਸਾਗਰ ਤੋਂ ਪਾਰ ਨਹੀਂ ਲੱਗ ਸਕਦਾ। ਜੇ ਸੰਸਾਰ ਸਾਗਰ ਤੋਂ ਤਰਨਾ ਲੋਚਦਾ, ਇੱਕੋ ਕੰਮ ਜੀਵਨ ਵਿੱਚ ਕਰ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਇਸ ਸੰਸਾਰ ਸਾਗਰ ਨੂੰ ਪਾਰ ਕਰਨ ਵਾਸਤੇ ਸਾਹਿਬ ਜੀ, ਭੱਟ ਸਾਹਿਬ ਜੀ ਕਹਿੰਦੇ ਨੇ ਕਿ ਪਰਮਾਤਮਾ ਦਾ ਨਾਮ ਹੀ ਪੁਲ ਹੈ, ਪਰਮਾਤਮਾ ਦਾ ਨਾਮ ਹੀ ਜਹਾਜ਼ ਹੈ। ਤੋਏ ਸਤ ਗੁਰ ਸਹੇਤ ਨਾਮ ਲਾਗ ਜਗ ਉਦਰਿਓ।
ਕਹਿੰਦੇ ਨੇ, ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਤੁਹਾਡਾ ਗੁਰੂ ਦੇ ਨਾਲ ਪਿਆਰ ਹੈ ਤੇ ਗੁਰੂ ਦੇ ਪਿਆਰ ਦੇ ਵਿੱਚੋਂ ਤੁਸੀਂ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਜਿਹੜਾ ਸੰਸਾਰ ਨੂੰ ਤਾਰਨ ਵਾਲਾ ਹੈ, ਤੇਰਾ ਏਕ ਨਾਮ ਤਾਰੇ ਸੰਸਾਰ, ਵਾਹਿਗੁਰੂ ਪਰਮਾਤਮਾ ਦਾ ਨਾਮ ਜਪ ਕੇ ਤੁਸੀਂ ਸੰਸਾਰ ਦੇ ਜੀਵਾਂ ਨੂੰ ਤਾਰਿਆ ਹੈ। ਜਗਤ ਉਦਾਹਰਣ ਨਾਮ ਸਤਿਗੁਰ ਤੁਠੈ ਪਾਇਓ, ਜਗਤ ਦੇ ਜੀਵਾਂ ਦਾ ਉਧਾਰ ਕਰਨ ਵਾਲਾ ਨਾਮ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਭੱਟ ਜੀ ਕਹਿੰਦੇ ਨੇ ਗੁਰੂ ਦੀ ਪ੍ਰਸੰਨਤਾ ਦੇ ਵਿੱਚ ਰਾਹੀਂ ਪ੍ਰਾਪਤ ਹੋਇਆ। ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪ੍ਰਸੰਨਤਾ ਦੇ ਰਾਹੀਂ, ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਖੁਸ਼ੀ ਦੇ ਨਾਲ ਬਾਬਾ ਬਿਰਥੀ ਚੰਦ ਉਹ ਦਾਤ ਪ੍ਰਾਪਤ ਨਹੀਂ ਕਰ ਸਕੇ। ਭੱਟ ਸਾਹਿਬ ਜੀ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਜਗਤ ਦੇ ਜੀਵਾਂ ਨੂੰ ਤਾਰਨ ਵਾਲਾ ਪਰਮਾਤਮਾ ਦਾ ਨਾਮ ਗੁਰੂ ਦੀ ਪ੍ਰਸੰਨਤਾ ਦੇ ਰਾਹੀਂ ਪ੍ਰਾਪਤ ਕੀਤਾ ਹੈ। ਤੇ ਅਖੀਰਲੀ ਪੰਕਤੀ ਵਿੱਚ ਕਹਿੰਦੇ ਨੇ, ਅਬ ਨਾਹੇ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ। ਫਿਰ ਕਹਿੰਦੇ ਹੁਣ ਸਾਨੂੰ ਹੋਰ ਕਿਸੇ ਪ੍ਰਕਾਰ ਦੀ ਕੋਈ ਇੱਛਾ ਚਾਹਤ ਹੀ ਨਹੀਂ। ਗੁਰੂ ਅਰਜਨ ਸਾਹਿਬ ਪਾਤਸ਼ਾਹ ਬਾਰ ਅੰਤਰ ਬਾਰ ਦੇ ਅੰਤਰ ਤੇਰੇ ਦਰ ਦੇ ਉੱਤੇ ਆ ਜਦੋਂ ਦੇ ਆ ਗਏ ਆ, ਇੱਥੇ ਆ ਕੇ ਹੁਣ ਹੋਰ ਕਿਸੇ ਪਾਸੇ ਦੀ ਹਰ ਪ੍ਰਕਾਰ ਦੀ ਝਾਕ ਹੀ ਖਤਮ ਹੋ ਗਈ ਆ। ਗੁਰੂ ਕਿਰਪਾ ਕਰੇ ਸਾਡੇ ਜੀਵਨ ਵਿੱਚ ਵੀ ਗੁਰੂ ਦਰ ਤੇ ਆ ਕੇ ਹੋਰ ਬਾਹਰ ਦੀ ਜਿਹੜੀ ਚਾਹਤ ਹੈ, ਉੱਧਰ ਚੱਲ ਜਾਈਏ, ਉੱਧਰ ਚੱਲ ਜਾਈਏ, ਉਹਦੀ ਪੂਜਾ ਕਰੀਏ, ਉਹਦੀ ਪੂਜਾ ਕਰੀਏ, ਇਹ ਮੁੱਕ ਸਕੇ। ਭੱਟ ਸਾਹਿਬ ਜੀ ਨੇ ਆਪਣੇ ਜੀਵਨ ਦਾ ਅਨੁਭਵ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀਆਂ ਬਰਕਤਾਂ ਦਾ ਜ਼ਿਕਰ ਕੀਤਾ ਤੇ ਸਾਨੂੰ ਸਮਝਾਇਆ ਕਿ ਭਾਈ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਉਪਦੇਸ਼ ਦਾ ਧਾਰਨੀ ਬਣ ਕੇ ਇਹ ਸੰਸਾਰ ਸਾਗਰ ਨੂੰ ਤਰਿਆ ਜਾ ਸਕਦਾ, ਨਹੀਂ ਤੇ ਉਸ ਤੋਂ ਬਿਨਾਂ ਜੋ ਮਰਜ਼ੀ ਕਰ ਲਈਏ ਇਹ ਸੰਸਾਰ ਸਾਗਰ ਤਰਿਆ ਨਹੀਂ ਜਾ ਸਕਦਾ। ਗੁਰੂ ਕਿਰਪਾ ਕਰੇ, ਗੁਰੂ ਦੀ ਰਹਿਮਤ, ਪਰਮਾਤਮਾ ਦਾ ਨਾਮ ਸਾਡੇ ਜੀਵਨ ਦਾ ਸ਼ਿੰਗਾਰ ਬਣੇ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦਾ, ਸਮੂਹ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ। ਬਹੁਤ ਉਪਮਾ ਥੋੜ ਕਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ